ਸ਼੍ਰੀ ਅਕਾਲ ਦੋਸਤੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਗੱਲ ਕਰਨ ਦਾ ਮੰਤਵ ਜਿਹੜਾ ਇਹੀ ਹੈ ਕਿ ਹੱਲੇ ਵੀ ਨਾ ਕੁਛ ਸਟ੍ਰੈਟਾ ਆਫ ਸੋਸਾਇਟੀ ਕਹਿ ਲਓ ਜਾਂ ਸਾਡੇ ਵਿੱਚੋਂ ਸਾਡੇ ਕੋਈ ਭੈਣਾਂ ਭਰਾ ਔਰ ਜਾਂ ਜਿਵੇਂ ਸੁਪਰੀਮ ਕੋਰਟ ਦਾ ਗੱਲ ਇੱਕ ਇੰਟਰਮ ਵਰਜਨ ਆਇਆ ਕਿ ਮੁਸ਼ਕਲ ਹੈ ਜੀ ਬੜਾ, ਜਾਂ ਗੌਰਮੈਂਟ ਨੇ ਨਹੀਂ ਮੰਨਣਾ ਜਾਂ ਧੱਕੇ ਨਾਲ ਜਿਹੜਾ ਹੈਗਾ ਲੋਕਾਂ ਨੂੰ ਖਵਾ ਦਿੰਦਾ। ਆਡੀਬਲ ਹੈ ਪ੍ਰੋਪਰ ਸਾਰਿਆਂ ਜਿਹੜੇ ਕੋਈ ਕਮੈਂਟ ਆ ਰਹੇ ਨੇ ਪੁੱਛ ਲਓ ਵੀ ਆਵਾਜ਼ ਸੁਣ ਰਹੀ ਹੈ ਸਹੀ ਜਾਂ ਨੇੜੇ ਕਰ ਲਓ। ਇੱਕ ਤਾਂ ਇਹ ਕਿ ਜਿਹੜਾ ਸੁਪਰੀਮ ਕੋਰਟ ਨੇ ਕਿਹਾ ਕਿ ਜਿਹੜਾ ਐਜੀਟੇਸ਼ਨ ਕਰਨਾ, ਪ੍ਰੋਟੈਸਟ ਕਰਨਾ ਉਹ ਸਾਡਾ ਕਨਸਟੀਟਿਊਸ਼ਨਲ ਰਾਈਟ ਹੈ, ਉਹ ਸਾਨੂੰ ਪਹਿਲਾਂ ਹੀ ਪਤਾ, ਉਹਦੇ ਤੇ ਉਹਨੂੰ ਤਸਦੀਕ ਕੀਤਾ ਸੁਪਰੀਮ ਕੋਰਟ ਨੇ। ਔਰ ਸੈਕੰਡਲੀ ਜਿਹੜਾ ਕੋਰਟ ਨੇ ਹੂਬਹੂ ਕਿਹਾ ਕੀ ਆ ਉਹਦੇ ਬਾਰੇ ਬੜਾ ਇੱਕ ਮੀਡੀਆ ਟਰਾਇਲ ਚੱਲ ਪੈਂਦਾ ਜਿਵੇਂ ਬਾਹਰ ਕਿ ਉਹਨਾਂ ਨੇ ਕਿਹਾ ਜੀ ਇਹਨਾਂ ਨੂੰ ਜਬਰਨ ਉਠਾ ਦਿਓ, ਜਾਂ ਉਹਨਾਂ ਨੇ ਕਿਹਾ ਕਿ ਕਮੇਟੀ ਕੰਸਟੀਟਿਊਟ ਕਰ ਦਿਓ, ਜਾਂ ਉਹਨਾਂ ਨੇ ਕਿਹਾ ਕਿ ਕਾਨੂੰਨ ਹੋਲਡ ਕਰ ਦਿਓ। ਹੱਲੇ ਦੇ ਜਸਟ ਪ੍ਰਪੋਜ਼ਡ ਦੋ ਚੀਜ਼ਾਂ ਪ੍ਰਪੋਜ਼ ਕੀਤੀਆਂ। ਇੱਕ ਤਾਂ ਉਹਨਾਂ ਨੇ ਕੇਂਦਰ ਸਰਕਾਰ ਨੂੰ ਕਿਹਾ ਕਿ ਭਾਈ ਇਹ ਜਿਹੜੇ ਲਾਅ ਆ ਇਹਨਾਂ ਨੂੰ ਹੋਲਡ ਕਰੋ, ਇਹਨਾਂ ਦੀ ਜਿਹੜੀ ਇੰਪਲੀਮੈਂਟੇਸ਼ਨ ਹੈ, ਐਗਜ਼ੀਕਿਊਸ਼ਨ ਆ, ਇੰਪੋਜੀਸ਼ਨ ਆ, ਦੈਟ ਮਸਟ ਹੋਲਡ ਬਿਫੋਰ ਟੂ ਹੈਵ ਅ ਹੈਲਦੀ ਡਾਇਲੋਗ। ਕੀ ਇਹ ਹੋ ਸਕਦੀ ਹੈ? ਤਾਂ ਉਹਦੇ ਤੇ ਜਿਹੜਾ ਸਰਕਾਰੀ ਵਕੀਲ ਹੈ ਸਰਕਾਰ ਦਾ, ਉਹਨੇ ਕਿਹਾ ਕਿ ਮੈਂ ਸਰਕਾਰ ਨਾਲ ਗੱਲ ਕਰੂੰਗਾ। ਔਰ ਅਖਬਾਰਾਂ ਨੇ ਲਿਖਿਆ ਕਿ ਜੀ ਸਰਕਾਰਾਂ ਨੇ ਬਿਲਕੁਲ ਉਹਦਾ ਵਿਰੋਧ ਕਰਤਾ। ਸੋ ਕਿਤੇ ਨਾ ਕਿਤੇ ਉਹ ਗੱਲ ਕਹਿਣ 'ਚ ਥੋੜ੍ਹਾ ਜਿਹਾ ਫਰਕ ਰਹਿ ਜਾਂਦਾ। ਔਰ ਦੂਸਰਾ ਉਹਨਾਂ ਨੇ ਇਹ ਪ੍ਰਪੋਜ਼ ਕੀਤਾ ਕਿ ਕੋਈ ਇਸ ਤਰ੍ਹਾਂ ਦੀ ਕਮੇਟੀ ਕੰਸਟੀਟਿਊਟ ਕਰ ਦਿੱਤੀ ਜਾਵੇ। ਔਰ ਉਹਦੇ ਤੇ ਕੱਲ੍ਹ ਕ੍ਰਿਸਟਲ ਕਲੀਅਰ ਪ੍ਰੈਸ ਕਾਨਫਰੰਸ ਕੀਤੀ ਜਦੋਂ ਸੰਯੁਕਤ ਮੋਰਚੇ ਦੇ ਕਿਸਾਨ ਆਗੂਆਂ ਨੇ, ਤਾਂ ਉਹਨਾਂ ਨੇ ਕਿਹਾ ਕਿ ਵੀ ਆਰ ਨਾਟ ਇਨ ਪੋਜੀਸ਼ਨ ਟੂ ਕਮੈਂਟ। ਉਹਨਾਂ ਨੇ ਕਮੈਂਟ ਤੱਕ ਵੀ ਨਹੀਂ ਕੀਤਾ। ਵਾਰ-ਵਾਰ ਜਿਹੜੇ ਨੰਬਰ ਆਫ ਜਰਨਲਿਸਟ ਆਸਕ ਦਾ ਸੇਮ ਕੁਐਸਚਨ ਕਿ ਤੁਸੀਂ ਜੀ ਕਮੇਟੀ ਬਣਾਓਗੇ, ਕੀ ਕਰੋਗੇ? ਕਹਿੰਦੇ ਵੀ ਲੈਟ ਅਸ ਕੰਸੀਡਰ ਐਂਡ ਡਿਸਕਸ ਵਿਦ ਆਵਰ ਲਾਇਰਸ। ਸੋ ਹੁਣ ਪ੍ਰਾਈਮਾ ਫੀਸ਼ਾਈ ਪ੍ਰਾਇਮੋਰਡੀਅਲੀ 4 ਸੁਪਰੀਮ ਕੋਰਟ ਦੇ ਜਿਹੜੇ ਸੀਨੀਅਰ ਕਾਉਂਸਲਸ ਹੈਗੇ ਆ ਉਹਨਾਂ ਦੇ ਨਾਲ ਉਹ ਕਹਿੰਦੇ ਅਸੀਂ ਕੰਸਲਟ ਕਰਾਂਗੇ। ਉਹਦੇ 'ਚ ਦਸ਼ਵੰਤ ਦਵੇ ਨੇ, HS ਫੂਲਕਾ ਆ, ਔਰ ਇੱਕ ਮਿਸਟਰ ਗੋਸਾਲਵੇ ਨੇ, ਔਰ ਇੱਕ ਚੌਥੇ ਵਕੀਲ ਸਾਹਿਬ ਹੋਰ ਨੇ, ਮੈਂ ਉਹਨਾਂ ਦਾ ਨਾਮ ਸ਼ਾਇਦ ਮੈਨੂੰ ਵਿਸਰ ਗਿਆ। ਉਹ ਕਹਿੰਦੇ ਕਿ 4 ਸੀਨੀਅਰ ਜਿਹੜੇ ਲਾਇਰਸ ਹੈਗੇ ਉਹਨਾਂ ਨਾਲ ਅਸੀਂ ਬੈਠ ਕੇ ਡਿਸਕਸ ਕਰਾਂਗੇ। ਉਹ ਜੋ ਸੁਜੈਸਟ ਕਰਨਗੇ ਦੈਨ ਵੀ ਵਿਲ ਗੋ ਅਹੈਡ ਵਿਦ ਸਮ ਆਈਡੀਆ ਕਿ ਅਸੀਂ ਸੁਪਰੀਮ ਕੋਰਟ ਦੀ ਉਸ ਕਮੇਟੀ ਦੇ ਵਿੱਚ ਇਨਕੋਰਪੋਰੇਟ ਕਰਨਾ ਵਾ ਆਪਣੇ ਆਪ ਨੂੰ ਜਾਂ ਨਹੀਂ ਕਰਨਾ, ਜਾਂ ਉਹ ਜਿਹੜਾ ਪ੍ਰਪੋਜ਼ਲ ਹੈ ਉਹਨੂੰ ਆਊਟਰਾਈਟਲੀ ਡ੍ਰੌਪ ਕਰ ਦੇਣਾ ਹੈ। ਸੋ ਇੱਕ ਤਾਂ ਇਹ ਨੁਕਤਾ ਸੀਗਾ। ਦੂਜਾ ਦੇਖ ਰਹੇ ਨੇ ਕੁਝ ਲੋਕ, ਦੂਸਰਾ ਇਹ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਵੀ ਵਹਿਮ ਆ ਕਿ ਸ਼ਾਇਦ ਫੋਰਸ ਦਾ ਜਿਹੜਾ ਹੈਗਾ ਯੂਜ਼ ਕਰਕੇ, ਬਲ ਦੀ ਵਰਤੋਂ ਕਰਕੇ ਜਿਹਨੂੰ ਅਸੀਂ ਕਹਿ ਦਿੰਦੇ ਆ, ਤਾਂ ਸਰਕਾਰ ਜਿਹੜਾ ਹੈਗਾ ਇੱਥੋਂ ਲੋਕਾਂ ਨੂੰ ਉਠਾ ਦੂਗੀ। ਜਿਵੇਂ ਇੱਕ ਆਪਦੇ ਆਪ ਨੂੰ ਬੜੇ ਸੀਨੀਅਰ ਜਰਨਲਿਸਟ 3 ਅਖਬਾਰਾਂ ਦੇ ਐਡੀਟਰ ਇਨ ਚੀਫ ਦੱਸ ਰਹੇ ਸੀ, ਔਰ ਨੰਬਰ ਆਫ ਬੁੱਕਸ ਦੇ ਆਥਰ ਦੱਸ ਰਹੇ ਸੀ ਮਿਸਟਰ ਗੁਰਚਰਨ ਸਿੰਘ ਬੱਬਰ। ਤਾਂ ਮੈਂ ਚਲੋ ਨਿੱਜੀ ਤੌਰ ਤੇ ਆਪਾਂ ਉਸ ਪੋਜੀਸ਼ਨ 'ਚ ਨਹੀਂ, ਜਾਂ ਵੈਸੇ ਵੀ ਸਿਵਲਾਈਜ਼ਡ ਹੋਣ ਦੇ ਨਾਤੇ ਕਿਸੇ ਦੀ ਨਿੱਜੀ ਸ਼ਖਸੀਅਤ ਦੇ ਉੱਤੇ ਤੰਜ ਕੱਸਣ ਦਾ ਸ਼ਾਇਦ ਸਾਨੂੰ ਕੋਈ ਅਧਿਕਾਰ ਨਹੀਂ ਹੈਗਾ। ਔਰ ਇੱਕ ਜਿਵੇਂ ਸਿੱਧੀ ਜੀ ਗੱਲ ਹੈ ਨਾ ਕਿ ਬੰਦੇ ਦੀ ਰਫਤਾਰ, ਦਸਤਾਰ ਤੇ ਗੁਫਤਾਰ ਉਹਦੀ ਸ਼ਖਸੀਅਤ ਨੂੰ ਬਿਆਨ ਕਰਦੀ ਹੈ। ਤਾਂ ਉਹਨਾਂ ਨੇ ਬੜੇ ਅਜੀਬੋ ਗਰੀਬ ਢੰਗ ਦੇ ਨਾਲ ਇੱਕ ਮਤਲਬ ਜਿਵੇਂ ਕਹਿ ਲਓ ਕਿ ਉਹ ਬੜਾ ਅੰਡਰ ਦਾ ਵੀਲ ਇੱਕ ਥ੍ਰੈਟਨ ਵੇ ਦੇ ਨਾਲ ਕਿ ਜੀ ਇੱਥੇ ਗੋਲੀਆਂ ਚੱਲ ਜਾਣਗੀਆਂ, ਇੱਥੇ ਡਰੋਨ ਦੇ ਨਾਲ ਸਾਰੀ ਰੇਕੀ ਹੋ ਰਹੀ ਹੈ। ਜਾਂ ਤਾਂ ਉਹ ਇੱਥੇ ਆਈ ਨਹੀਂ ਮੋਰਚੇ ਤੇ, ਉੱਥੇ ਅੰਦਰ ਹੀ ਆਪਣੇ ਦਫ਼ਤਰ 'ਚ ਬਹਿ ਕੇ ਉਹਨਾਂ ਨੇ ਸਾਰਾ ਜਿਹੜਾ ਹੈਗਾ ਉਹ 10, 12, 15 ਮਿੰਟ ਦੀ ਜਿਹੜੀ ਵੀਡੀਓ ਸੀਗੀ ਉਹ ਬਣਾ ਲਈ, ਜਾਂ ਉਹਨਾਂ ਕੋਲ ਜਿਹੜੀ ਐਕਸਟੈਂਡਡ ਇਨਫੋਰਮੇਸ਼ਨ ਸੀਗੀ ਉਹ ਕਿਤੇ ਨਾ ਕਿਤੇ ਮਿਸਲੀਡਡ ਡਾਟਾ ਉਹਨਾਂ ਕੋਲੇ ਪਹੁੰਚਿਆ। ਸੋ ਜਿਹੜੇ ਇਸ ਮੋਰਚੇ 'ਚ, ਕਿਉਂਕਿ ਇੱਕ ਹੁੰਦਾ ਐਕਟੀਵਿਟੀ ਕਿ ਜਸਟ ਫॉर ਦਾ ਸੇਕ ਆਫ ਐਕਟੀਵਿਟੀ ਅਸੀਂ ਕੋਈ ਕੰਮ ਕਰਦੇ ਹਾਂ ਕਿ ਅਸੀਂ ਜੇ ਇੱਕ ਛੋਟਾ ਜਿਹਾ ਪ੍ਰੋਟੈਸਟ ਕੀਤਾ ਸਾਡੀ ਐਕਟੀਵਿਟੀ ਹੋ ਗਈ। ਇੱਕ ਹੁੰਦਾ ਕੋਰਸ, ਅਲੋਂਗ ਕੋਰਸ ਆਫ ਐਕਸ਼ਨ। ਤੀਸਰਾ ਜਿਹੜਾ ਗੁਰੂ ਸਾਹਿਬਾਂ ਦੀ ਬਖਸ਼ਿਸ਼ ਦੇ ਨਾਲ ਜਿਹੜੀ ਪੰਜਾਬ ਦੀ ਤਸਵੀਰ ਆ, ਮੋਰਚਾ, ਇਹ ਕਿਸਾਨੀ ਮੋਰਚਾ ਆ ਔਰ ਕਿਸਾਨੀ ਸੰਘਰਸ਼ ਆ। ਇਟਸ ਨਾਟ ਦੈਟ ਕਾਈਂਡ ਆਫ ਦਾ ਐਜੀਟੇਸ਼ਨ ਕਿ ਇੱਕ ਜਸਟ ਨੋਮੀਨਲ ਸਿੰਬੋਲਿਕ ਪ੍ਰੋਟੈਸਟ ਹੈ। ਸੋ ਗਵਰਨਮੈਂਟ ਬਿਲਕੁਲ ਇਸ ਪੋਜੀਸ਼ਨ 'ਚ ਨਹੀਂ ਹੈਗੀ ਕਿ ਫੋਰਸ ਦਾ, ਬਲ ਦਾ ਪ੍ਰਯੋਗ ਕਰਕੇ ਲੋਕਾਂ ਨੂੰ ਇੱਥੋਂ ਖੰਡਾ ਦੇਵੇ। ਔਰ ਅਗਰ ਵਿਲਿੰਗਲੀ ਵੀ ਜਦੋਂ ਵੈਨ ਦਿਸ ਡੈਡਲੌਕ ਵਿਲ ਰਿਜ਼ੋਲਵ, after that it will take 1 to 2 days to vacate the whole area। ਇਹ ਜਿਹੜਾ ਜਿੱਥੇ ਅਸੀਂ ਬੈਠੇ ਹੋਏ ਆ ਤਾਂ ਵੀ ਇਹਨੂੰ 1 ਤੋਂ 2 ਦਿਨ ਦਾ ਸਮਾਂ ਲੱਗੂਗਾ ਜਿੰਨਾ ਇੱਥੇ ਸੰਗਤ ਦਾ ਇਕੱਠ ਹੈਗਾ। ਔਰ ਅਸੀਂ ਪਿਛਲੇ ਵੀਕ ਆਏ ਸੀ ਤਾਂ ਉਦੋਂ ਜਿਹੜਾ ਮੰਜ਼ਰ ਆ, ਨਜ਼ਾਰਾ ਕੁਝ ਹੋਰ ਤਰ੍ਹਾਂ ਦਾ ਸੀਗਾ। ਹੁਣ ਬੜਾ ਵੈਲ ਪਲਾਨਡ, ਤੁਸੀਂ ਜਿਵੇਂ ਪਿੱਛੇ ਤੁਹਾਨੂੰ ਦਿਖਾਇਆ ਕਿ ਦੇਖੋ ਮਤਲਬ ਹਜ਼ਾਰਾਂ ਦੀ ਗਿਣਤੀ 'ਚ ਤਾਂ ਵਾਟਰ ਬੋਟਲ ਜੀ ਆ, ਇੱਕ ਜਿੱਥੇ ਅਸੀਂ ਟਿਕਾਣੇ ਤੇ ਬੈਠੇ ਆ ਉੱਥੇ
ਸੰਤ ਮਹਾਂਪੁਰਸ਼ ਬੈਠੇ ਨੇ, ਸਰਦਾਰ ਬਲਦੇਵ ਸਿੰਘ ਸਰਸਾ ਬੈਠੇ ਨੇ, ਹੋਰ ਸੰਗਤ ਇੱਧਰ ਪਿੱਛੇ ਤੁਹਾਨੂੰ ਇਹਨਾਂ ਨੇ ਦਿਖਾਇਆ ਕਿ ਕਿਵੇਂ ਲੰਗਰ ਪ੍ਰਸ਼ਾਦਾ ਜਾਂ ਦੁੱਧ ਕੁਆਂਟਲਾਂ ਦੀ ਗਿਣਤੀ ਦੇ ਵਿੱਚ ਜਿਹੜਾ ਹੈਗਾ ਉਹ ਤਿਆਰ ਹੋ ਰਿਹਾ। ਤਾਂ ਇਸ ਤਰ੍ਹਾਂ ਦੀ ਬਿਲਕੁਲ ਵੀ ਕੋਈ ਵੀ ਜਿਹੜਾ ਹੈਗਾ ਸਾਨੂੰ ਕਿਸੇ ਮਿਸਲੀਡ ਨਹੀਂ ਹੋਣਾ ਚਾਹੀਦਾ ਕਿਸੇ ਦੀਆਂ ਗੱਲਾਂ ਤੋਂ, ਕਿਉਂਕਿ ਜਿਹੜੇ ਉਹਨਾਂ ਦੇ ਪਲਾਂਟਡ ਲੋਕ ਹੈਗੇ ਆ ਗਵਰਨਮੈਂਟ ਦੇ ਏਜੰਸੀਜ਼ ਦੇ, ਉਹ ਇੱਕ ਉਸ ਤਰ੍ਹਾਂ ਦਾ ਪ੍ਰੋਪੇਗੈਂਡਾ ਪ੍ਰੋਪੇਗੇਟ ਕਰਨ ਦੀ ਕੋਸ਼ਿਸ਼ ਕਰਨਗੇ। ਔਰ ਜਿਵੇਂ ਪਹਿਲਾਂ ਸਿੰਬਲਸ ਦੀ ਗੱਲ ਕੀਤੀ ਗਈ ਸੀਗੀ, ਉਹ ਮਤਲਬ ਨਿੱਕੀ ਨਿੱਕੀ ਗੱਲ ਨੂੰ ਜਿਵੇਂ ਕਹਿੰਦੇ ਨੇ ਇਸ਼ੂ ਆਊਟ ਆਫ ਨਥਿੰਗ, ਬਿਨਾਂ ਕਿਸੇ ਗੱਲ ਤੋਂ ਬਿਨਾਂ ਕਿਸੇ ਆਧਾਰ ਤੋਂ ਉਸ ਤਰ੍ਹਾਂ ਦਾ ਇੱਕ ਜਿਹੜਾ ਹੈਗਾ ਸ਼ਗੂਫਾ ਸਿਰਜਣ ਦੀ ਕੋਸ਼ਿਸ਼ ਕੀਤੀ ਜਾਂਦੀ ਕਿ ਉਹਦੇ ਉੱਪਰ ਜਿਹੜਾ ਹੈਗਾ ਤੁਸੀਂ ਫਾਲਤੂ ਦੀ ਡਿਸਕਸ਼ਨ ਜਿਹੜੀ ਹੈਗੀ ਆ ਕਰੀ ਜਾਓ। ਕੋਈ ਗੱਲ ਨਹੀਂ, ਤਰ੍ਹਾਂ ਚੱਲਣ ਦੇ ਉਹਨਾਂ ਨੂੰ, ਕੋਈ ਗੱਲ ਨਹੀਂ। ਸੋ ਇੱਕ ਤਾਂ ਇਹ ਕਿ ਫੋਰਸ ਦੀ ਬਲ ਦੀ ਜਿਹੜੀ ਹੈਗੀ ਆ ਉਹ ਵਰਤੋਂ ਸਰਕਾਰ ਗਵਰਨਮੈਂਟ ਇਜ਼ ਨਾਟ ਇਨ ਦੈਟ ਪੋਜੀਸ਼ਨ to use the force to scatter or shatter the people from here। ਇਹ ਜਿਹੜਾ ਮਸਲਾ ਵਾ ਇਹ ਡਾਇਲੌਗ ਦੇ ਨਾਲ ਹੀ ਹੱਲ ਹੋਣਾ ਵਾ। ਔਰ ਜਿੰਨੀ ਦੇਰ ਤੱਕ ਕਿਸਾਨ ਜਥੇਬੰਦੀਆਂ ਜਿੰਨੇ ਇੱਥੇ ਸਾਰੇ ਪੰਜਾਬ, ਹਰਿਆਣਾ ਔਰ ਰਾਜਸਥਾਨ, ਅੱਜ ਹਿਮਾਚਲ ਤੋਂ ਵੀ ਸੰਗਤ ਆਈ ਸੀ, ਉਹ ਸਾਰੇ ਦ੍ਰਿੜ ਨੇ ਵਿਦ ਦਾ ਫਰਮ ਬਿਲੀਫ, ਦੇ ਆਰ ਵੈਰੀ ਡਿਟਰਮਿਨਡ ਕਿ ਅਸੀਂ ਮਤਲਬ ਬਿਲੋ ਦਾ ਲਾਈਨ ਜਾਂ ਬਿਲਕੁਲ ਇਸ ਗੱਲ ਤੋਂ ਪਿੱਛੇ ਖੜਨਾ ਹੀ ਨਹੀਂ ਕਿ ਵੀ ਵਾਂਟ ਰਿਪੀਲ ਆਫ ਥੀਸ ਲਾਜ਼, ਕਿ ਇਹਨਾਂ ਨੂੰ ਰਿਪੀਲ ਕੀਤਾ ਜਾਵੇ। ਸੋ ਅਗਰ ਕਿਤੇ ਨਾ ਕਿਤੇ ਜਾ ਕੇ ਜਿਵੇਂ ਉਹ ਕਹਿੰਦੇ ਸੀ ਕਿ ਅਸੀਂ ਕਹਤਾ ਜੀ 90% ਜਿਹੜਾ ਹੈਗਾ ਅਸੀਂ ਇਹਦੇ ਵਿੱਚ ਅਮੈਂਡਮੈਂਟਸ ਕਰ ਦਿੰਦੇ ਆ, ਉਸ ਕਿਸਮ ਦੀ ਕਿਤੇ ਗੱਲ ਤੇ ਜਾ ਕੇ ਕਿਤੇ ਗੱਲ ਨਿਬੜਦੀ ਹੈ ਤਾਂ ਫੇਰ ਹੋ ਸਕਦਾ। ਅਦਰਵਾਈਜ਼ ਗਵਰਨਮੈਂਟ ਨੂੰ ਕਿਸਾਨ ਜਥੇਬੰਦੀਆਂ ਦੀ ਗੱਲ ਦੇ ਨਾਲ ਮੁਤਫਿਕ ਹੋਣਾ ਹੀ ਪੈਣਾ ਜੇ ਇਸ ਡੈਡਲੌਕ ਨੂੰ ਰਿਜ਼ੋਲਵ ਕਰਨਾ ਵਾ, ਜੇਕਰ ਇਸ ਮਸਲੇ ਨੂੰ ਹੱਲ ਕਰਨਾ। ਦੇਰ ਇਜ਼ ਨੋ ਅਦਰ ਅਲਟਰਨੇਟਿਵ। ਔਰ ਜਿਸ ਹਿਸਾਬ ਨਾਲ ਸੰਗਤ ਆ ਰਹੀ ਹੈ ਔਰ ਜਿਸ ਹਿਸਾਬ ਨਾਲ ਇੱਥੇ ਸੇਵਾ ਕਰਨ ਵਾਲੇ ਲੋਕ ਆ ਰਹੇ ਆ ਕਿ ਇੱਕ ਟੁੱਥ ਬਰਸ਼ ਤੋਂ ਲੈ ਕੇ ਪੇਸਟ ਕੀ, ਸਾਬਣ, ਸੌਕਸ, ਕੰਬਲ, ਈਵਨ ਕੱਪੜੇ, ਜੈਕਟਸ ਔਰ ਖਾਣ ਵਾਲਾ ਸਮਾਨ। ਅੱਜ 15 ਕੁਇੰਟਲ ਪੰਜੀਰੀ ਤੁਸੀਂ ਦੇਖੋ, ਇੱਕ ਪਿੰਡ ਤੋਂ, ਪਟਿਆਲੇ ਦਾ ਕੋਈ ਪਿੰਡ ਸੀਗਾ, 15 ਕੁਇੰਟਲ ਪੰਜੀਰੀ ਇੱਥੇ ਦੇ ਕੇ ਗਏ ਆ। ਔਰ 1-1 ਲੱਖ ਰੁਪਈਆ ਜਿਹੜਾ ਉਹ ਮਤਲਬ 2-3 ਪਿੰਡਾਂ ਤੋਂ ਸੰਗਤ ਆਈ ਸੀਗੀ। ਔਰ ਜਿਹੜਾ ਹੋਰ ਹਜ਼ਾਰਾਂ ਦੇ ਵਿੱਚ 10,000, 20,000, 50,000 ਵਾਲੇ, ਸਾਡੇ ਵਰਗੇ ਕੋਈ 200, 400, 500 ਦੇਣ ਵਾਲੇ ਤਾਂ ਪਤਾ ਹੀ ਨਹੀਂ ਕਿੰਨੇ ਹਜ਼ਾਰਾਂ ਦੀ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਸੰਗਤ ਜਿਹੜੀ ਹੈਗੀ ਉਹ ਰੋਜ਼ ਇੱਥੇ ਹਾਜ਼ਰੀ ਭਰ ਰਹੀ ਹੈ। ਔਰ ਬਾਕੀ ਗੱਲਾਂ ਆਪਾਂ ਕਾਫੀ ਵਾਰ ਨੰਬਰ ਆਫ ਟਾਈਮਸ ਕਰ ਚੁੱਕੇ ਹਾਂ ਕਿ ਇਹਨਾਂ ਜਿਹੜੇ ਐਕਟਸ ਆ ਇਹਨਾਂ ਦਾ ਇੰਪੈਕਟ ਕਿਸ ਢੰਗ ਨਾਲ ਪੈਣਾ, ਕਿ ਇਕੱਲੇ ਕਿਸਾਨੀ ਤਬਕੇ ਨਾਲ ਜਾਂ ਜ਼ਮੀਨਾਂ ਵਾਲੇ ਲੋਕਾਂ ਨੇ ਇਹਦੇ ਨਾਲ ਤਬਾਹ ਨਹੀਂ ਹੋਣਾ। ਜਿਹੜਾ ਐਸੈਂਸ਼ੀਅਲ ਕਮੋਡਿਟੀ ਐਕਟ ਹੈਗਾ ਉਹਦੇ ਨਾਲ ਤਾਂ ਹਰ ਬੰਦੇ ਦਾ ਜਿਹੜਾ ਰਸੋਈ ਦਾ ਬਜਟ ਹੈ ਉਹ ਚਰਮਰਾ ਜਾਣਾ ਵਾ। ਔਰ ਉਹਦੇ ਨਾਲ ਜਿਹੜੇ 3 ਲੱਖ ਦੇ ਕਰੀਬ ਲੇਬਰ ਆ, 36,000 ਆੜਤੀਆ ਵਾ, ਔਰ 15 ਲੱਖ ਕਿਸਾਨ ਤਾਂ ਸਿੱਧੇ ਜਿਹੜੇ ਅਫੈਕਟਡ ਹੋਣੇ ਹੀ ਹੋਣੇ ਆ। ਔਰ ਉਹਦੇ ਨਾਲ ਤੁਸੀਂ ਦੇਖੋ ਅਗਰ ਕੀਮਤਾਂ ਜਿਹੜੀਆਂ ਹੈਗੀਆਂ ਉਹਦੇ 'ਚ ਲਿਖਿਆ ਕਿ 100% ਪੈਰੀਸ਼ੇਬਲ ਗੁੱਡਸ ਦੀਆਂ ਔਰ 50% ਜਿਹੜੀਆਂ ਕੀਮਤਾਂ ਉਹ 'ਚ ਇਨਫਲੇਸ਼ਨ ਆ ਜੂਗੀ। ਅਗਰ ਇਸ ਲੈਵਲ ਦੀ ਵੱਡੀ ਇਨਫਲੇਸ਼ਨ ਆਊਗੀ ਤਾਂ ਜਿਹੜਾ ਬੈਂਕਿੰਗ ਸੈਕਟਰ ਦੈਟ ਵਿਲ ਕ੍ਰੈਸ਼ ਬੈਡਲੀ। ਸੋ ਇਹ ਚੀਜ਼ਾਂ ਆਪਾਂ ਪਹਿਲਾਂ ਵੀ ਬੜੀ ਵਾਰ ਡਿਸਕਸ ਕਰ ਚੁੱਕੇ ਹਾਂ। ਤੇ ਆਉਣ ਵਾਲਾ ਜਿਹੜਾ ਟਾਈਮ ਆ ਉਹ ਦੇਖਦੇ ਹਾਂ ਕਿ ਹੁਣ ਸੁਪਰੀਮ ਕੋਰਟ ਜਿਹੜਾ ਹੈਗਾ ਅੱਗੇ ਕੀ ਫੈਸਲਾ ਕਰਦੀ ਹੈ ਔਰ ਉਹਨੂੰ ਕਿਸਾਨ ਜਥੇਬੰਦੀਆਂ ਕਿਸ ਤਰ੍ਹਾਂ ਉਹਦਾ ਵੈਲਕਮ ਕਰਦੀਆਂ ਜਾਂ ਕਿਸ ਤਰ੍ਹਾਂ ਉਹਦੇ ਤੇ ਰਿਐਕਟ ਕਰਦੀਆਂ। ਔਰ ਜਿਹੜੀ ਬੇਨਤੀ ਆ ਅਖੀਰ ਦੇ ਉੱਪਰ ਕਿ ਜਿੰਨੇ ਵੀ ਸੁਣ ਰਹੇ ਆ, ਦੇਖ ਰਹੇ ਆ ਲੋਕ ਜਿਹੜੇ ਤਾਂ ਬਿਲਕੁਲ ਅਸੈਸੀਬਲ ਨਹੀਂ ਹੈਗਾ, ਜਿਨ੍ਹਾਂ ਵਾਸਤੇ ਕੋਈ ਵਿਦੇਸ਼ਾਂ 'ਚ ਨੇ ਜਾਂ ਕਿਸੇ ਦੀ ਇਸ ਤਰ੍ਹਾਂ ਦੀ ਮਜਬੂਰੀ ਆ ਕਿ ਕੋਈ ਘਰੇਲੂ ਸਮੱਸਿਆ ਵਾ ਜਾਂ ਕੋਈ ਸਰੀਰਕ ਕਿਸੇ ਬਿਮਾਰੀ ਨਾਲ ਜੂਝ ਰਿਹਾ ਵਾ, ਉਹ ਆ ਹੀ ਨਹੀਂ ਸਕਦਾ। ਬਾਕੀ ਹਰ ਬਸ਼ਰ ਜਿਹੜਾ 12-14 ਸਾਲ ਦੇ ਬੱਚੇ ਤੋਂ ਲੈ ਕੇ ਬਜ਼ੁਰਗ ਜੀ ਦੀ ਸਿਹਤ ਅਲਾਉ ਕਰਦੀ ਹੈ, ਸਾਡੀਆਂ ਭੈਣਾਂ, ਮਾਵਾਂ, ਲੇਡੀਜ਼ ਇੱਥੇ ਇੱਕ ਵਾਰ ਚਾਹੇ ਇੱਕ ਦਿਨ ਵਾਸਤੇ 2, 4, 5 ਘੰਟੇ ਕੱਢ ਕੇ ਬਾਕੀ ਆਪੋ ਆਪਣੀ ਸਹੂਲਤ ਦੇ ਮੁਤਾਬਕ ਜ਼ਰੂਰ ਆਓ। ਮਤਲਬ ਯੂ ਨੋ ਦ ਪੀਪਲ ਆਰ ਕ੍ਰੀਏਟਿੰਗ ਹਿਸਟਰੀ ਓਵਰ ਹੀਅਰ। ਇਹ ਇਤਿਹਾਸਕ ਪਲ ਨੇ ਔਰ ਜਦੋਂ ਇਹਨੂੰ ਕਿਤਾਬਾਂ 'ਚ ਲੋਕ ਪੜ੍ਹਨਗੇ ਜਾਂ ਲੰਬੇ ਸਮੇਂ ਬਾਅਦ ਇਹਦੇ 'ਤੇ ਗੱਲ ਹੋਇਆ ਕਰੂਗੀ ਤਾਂ ਜੇ ਤੁਸੀਂ ਇਸ ਸੰਘਰਸ਼ 'ਚ, ਇਸ ਮੋਰਚੇ 'ਚ ਕਿਤੇ ਨਾ ਕਿਤੇ ਸ਼ੁਮਾਰ ਰਹੇ, ਜੇ ਤੁਹਾਡੀ ਸ਼ਮੂਲੀਅਤ, ਤੁਹਾਡੀ ਹਿੱਸੇਦਾਰੀ, ਤੁਹਾਡੀ ਕੰਟਰੀਬਿਊਸ਼ਨ ਰਹੀ ਆ ਤਾਂ ਇਟ ਵਿਲ ਜਸਟ ਲਾਈਕ ਅ ਫੀਡਰ ਜਾਂ ਚੰਗਾ ਜਿਹੜਾ ਕਾਰਜ ਕੀਤਾ ਆ। ਸੋ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜਿੰਨਾ ਕੁ ਸਮਾਂ ਕੱਢ ਸਕਦੇ ਹੋ, 1 ਘੰਟਾ, 1 ਦਿਨ ਜਾਂ 1 ਹਫ਼ਤਾ ਜ਼ਰੂਰ ਇੱਥੇ ਆ ਕੇ ਹਾਜ਼ਰੀ ਭਰੋ ਔਰ ਆਪਦੀਆਂ ਅੱਖਾਂ ਦੇ ਨਾਲ, ਕਿਉਂਕਿ ਜਿਵੇਂ ਕਹਿੰਦੇ ਨੇ ਕਿ ਮਰੇ ਬਿਨਾਂ ਸਵਰਗ ਨਹੀਂ ਦੇਖਿਆ ਜਾਂਦਾ, ਉਵੇਂ ਇਫ ਆਈ ਵਿਲ ਟਰਾਈ ਟੂ ਐਕਸਟੈਂਡ ਮਾਈ ਓਪੀਨੀਅਨ ਅਪ ਟੂ ਯੂ ਤਾਂ ਇਟ ਵਿਲ ਬੀ ਲਾਈਕ ਯੂ ਨੋ ਉਸ ਕਿਸਮ ਦਾ ਜਿਹੜਾ ਹੈਗਾ ਤੁਸੀਂ ਜਿਹੜਾ ਇੱਥੇ ਆ ਕੇ ਮਹਿਸੂਸ ਕਰ ਸਕਦੇ ਹੋ, ਉਹਦੇ ਕੰਪੈਰੇਟਿਵਲੀ ਤੁਸੀਂ ਉਸ ਪੱਧਰ ਤੇ ਜਾ ਕੇ ਮਹਿਸੂਸ ਨਹੀਂ ਕਰ ਸਕਦੇ।
ਕਿ ਜਿਹੜਾ ਐਕਚੁਅਲ 'ਚ ਦਰਦ ਆ ਜਾਂ ਲੋਕਾਂ ਦਾ ਕੰਟਰੀਬਿਊਸ਼ਨ, ਲੋਕਾਂ ਦੀ ਸਦਭਾਵਨਾ, ਲੋਕਾਂ ਦੀ ਜਿਹੜੀ ਸਮਰਥਨ, ਜਿਹੜਾ ਲੋਕਾਂ ਦਾ ਡਿਵੋਸ਼ਨ ਆ, ਔਰ ਕਿਸ ਤਰ੍ਹਾਂ ਬਜ਼ੁਰਗ ਜਿਹੜੇ ਮਤਲਬ ਇੱਥੇ ਅਸੀਂ ਇਹੋ ਜਿਹੇ ਵੀ ਲੋਕ ਦੇਖੇ ਜਿਹੜੇ ਮਤਲਬ ਤੁਰਨ ਤੋਂ ਵੀ ਅਸਮਰੱਥ ਸੀਗੇ, ਉਹ ਵੀ ਡਟੇ ਹੋਏ ਆ ਔਰ ਕਿਸੇ ਤਰ੍ਹਾਂ ਦੀ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਛੱਡੀ। ਜਿਵੇਂ ਫਰੀਦਾ ਖਾਲਕ ਖਲਕ ਮੈਂ ਖਲਕ ਵਸਿਆ ਰੱਬ ਮਾਹੇ, ਕਿ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈਗਾ ਉਹ ਸੰਗਤ ਦੇ ਵਿੱਚ ਆਪ ਵਿਚਰਦਾ ਆ। ਤਾਂ ਸੰਤਾਂ ਕੇ ਕਾਰਜ ਆਪ ਖਲੋਆ, ਹਰ ਕੰਮ ਕਰਾਵਣ ਆਇਆ, ਰਾਮ ਦੇ ਕਥਨ ਅਨੁਸਾਰ ਜਿਹੜਾ ਹੈਗਾ ਸਾਰਾ ਕੁਝ ਬੜੇ ਸੋਹਣੇ ਸੁਚੱਜੇ ਢੰਗ ਨਾਲ ਚੱਲ ਰਿਹਾ। ਸੋ ਅਖੀਰ ਤੇ ਇਹੀ ਬੇਨਤੀ ਹੈ ਕਿ ਸਾਰੇ ਜਣੇ ਐਜ਼ ਪਰ ਯੂਅਰ ਓਨ ਕੈਪੈਸਿਟੀ, although ਫਾਈਨੈਂਸ਼ੀਅਲ ਕੈਪੈਸਿਟੀ, ਯੂਅਰ ਫਿਜ਼ੀਕਲ ਕੈਪੈਸਿਟੀ ਜਾਂ ਤੁਹਾਡਾ ਸੋਸ਼ਲ ਔਰਾ ਜਿਸ ਤਰ੍ਹਾਂ ਦਾ, ਜ਼ਰੂਰ ਕੰਟਰੀਬਿਊਟ ਕਰੋ ਇਹਨੂੰ ਔਰ ਇਹਨਾਂ ਗੱਲਾਂ ਨੂੰ ਅੱਗੇ ਦੇ ਅੱਗੇ ਜਿੱਥੋਂ ਤੱਕ ਐਕਸਟੈਂਡ ਕਰ ਸਕਦੇ ਹੋ, ਕਿ ਬਿਕਾਜ਼ ਇਟਸ ਅ ਫਾਈਟ ਫॉर ਦਾ ਐਗਜ਼ਿਸਟੈਂਸ। ਜਿਵੇਂ ਫਾਈਨਲ ਅਸੌਲਟ ਮੂਵੀ ਹੈ ਨਾ, ਇਟਸ ਫਾਈਨਲ ਅਸੌਲਟ ਬਾਈ ਦਾ ਗਵਰਨਮੈਂਟਸ ਔਨ ਦਾ ਨਾਟ ਔਨ ਦਾ ਫਾਰਮਿੰਗ ਕਮਿਊਨਿਟੀ ਬਟ ਔਨ ਦਾ ਹਿਊਮੈਨਿਟੀ। ਸੋ ਹਿਊਮੈਨਿਟੇਰੀਅਨ ਗਰਾਊਂਡ ਨੂੰ ਧਿਆਨ 'ਚ ਰੱਖਦੇ ਹੋਏ ਵੀ ਅਸੀਂ ਸਾਰੇ ਜਿਹੜਾ ਹੈਗਾ ਜ਼ਰੂਰ ਕੰਟਰੀਬਿਊਟ ਕਰੀਏ ਔਰ ਜਿਹੜਾ ਇਹ ਮੈਸੇਜ ਹੈ ਇਹ ਵੀ ਲੋਕਾਂ ਤੱਕ ਅੱਗੇ ਦੀ ਅੱਗੇ ਪਹੁੰਚਾਈਏ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਨੈਟਵਰਕ ਦਾ ਇਸ਼ੂ ਹੈਗਾ, ਇਸ ਕਰਕੇ ਆਪਣੀ ਸਵੇਰ ਦੀ ਵੀ ਨਹੀਂ ਗੱਲ ਹੋ ਸਕੀ। ਬਾਕੀ ਗੱਲਾਂ ਆਪਾਂ ਕੱਲ੍ਹ ਕਰਾਂਗੇ, ਟੈਕਨੀਕਲੀ ਜਾਂ ਲੀਗਲੀ ਹੋਰ ਜਾਂ ਇੱਥੋਂ ਦੀਆਂ ਹੋਰ ਕੁਝ ਨਵੀਆਂ ਚੀਜ਼ਾਂ। ਜਿਵੇਂ ਇੱਕ ਟਰਾਲੀ ਟਾਈਮਜ਼ ਸਾਡੇ ਦੋਸਤ ਨੇ ਸੁਰਮੀਤ ਮਾਵੀ, ਜਿਨ੍ਹਾਂ ਨੇ ਜਿਹੜੀ ਪੂਰਾ ਕੀ ਸੀ ਨਾਮ ਮੂਵੀ ਦਾ 1984 ਵਾਲੀ ਪੰਜਾਬ 1984, ਪੰਜਾਬ 1984 ਜਿਹੜੀ ਦਿਲਜੀਤ ਦੀ ਫਿਲਮ ਸੀ, ਉਹਦੇ ਜਿਨ੍ਹਾਂ ਨੇ ਡਾਇਲੋਗ ਲਿਖਿਆ, ਉਹਨਾਂ ਦੇ ਨਾਲ ਇੱਕ ਸਾਡੀ ਯੂਨੀਵਰਸਿਟੀ ਤੋਂ ਸਾਡੀ ਦੋਸਤ ਜੱਸੀ ਸੰਘਾ ਔਰ ਹੋਰ ਸਾਰੇ ਮਿੱਤਰਾਂ ਨੇ ਰਲ ਕੇ ਟਰਾਲੀ ਟਾਈਮਜ਼ ਮੈਗਜ਼ੀਨ ਅਖਬਾਰ ਇੱਕ ਜਿਹੜਾ ਹੈਗਾ ਹਫ਼ਤੇ 'ਚ 2 ਵਾਰੀ ਉਹ ਛਪਿਆ ਕਰੂਗਾ। ਔਰ ਉਹਦੇ 'ਚ ਡਾਕਟਰ ਸੁਖਪ੍ਰੀਤ ਸਿੰਘ ਉਦੋਂ ਕੇ ਜਿਹੜੇ ਹੁਣ ਦੇ ਕੰਟੈਂਪਰਰੀ ਸਾਡੇ ਵੱਡੇ ਸਿੱਖ ਵਿਦਵਾਨ ਨੇ, ਉਹਨਾਂ ਨੇ ਉਹਦੀ ਸੰਪਾਦਕੀ ਲਿਖੀ ਆ। ਔਰ ਉਹਦੇ ਜਤਿੰਦਰ ਮੋਹਰ ਜਿਹੜੇ ਫਿਲਮਕਾਰ ਨੇ ਉਹਨਾਂ ਨੇ, ਔਰ ਹੋਰ ਇੱਕ ਸਾਹਿਲ ਹੈ ਮੁੰਡਾ ਮਾਸ ਕਮਿਊਨੀਕੇਸ਼ਨ ਵਾਲਾ, ਉਹਨਾਂ ਸਾਰੇ ਲੋਕਾਂ ਨੇ ਲਿਖਿਆ। ਪਾਤਰ ਸਾਹਿਬ ਨੇ ਉਹਦੇ 'ਚ ਇੱਕ ਬੜੀ ਅੱਛੀ ਕਵਿਤਾ ਸੀਗੀ ਉਹਨਾਂ ਦੀ। ਔਰ ਇਸ ਤਰ੍ਹਾਂ ਦਾ ਵੱਖੋ ਵੱਖਰੇ ਢੰਗਾਂ ਦੇ ਨਾਲ ਜਿਹੜਾ ਕਲਮ ਵਾਲਾ ਵਾ ਉਹ ਕਲਮ ਨਾਲ ਲਿਖ ਰਿਹਾ ਵਾ। ਗੁਰਸ਼ਮਸ਼ੀਰ ਵੜੈਚ ਸਾਡੇ ਦੋਸਤ ਨੇ, ਜਰਨਲਿਸਟ ਨੇ ਉਹ ਵੀ, ਔਰ ਹੋਰ ਤਮਾਮ ਮਤਲਬ ਫਰੋਮ ਆਲ ਕਾਰਨਰਸ ਆਫ ਲਾਈਫ ਔਰ ਵਾਕਸ ਆਫ ਲਾਈਫ ਜਿਹੜਾ ਲੋਕ ਹੈਗੇ ਉਹ ਕੰਟਰੀਬਿਊਟ ਕਰ ਰਹੇ ਆ। ਤੇ ਤੁਸੀਂ ਵੀ ਚਾਹੇ ਕਿਤੇ ਪਿੰਡ 'ਚ ਜੇ, ਸ਼ਹਿਰ 'ਚ ਜੇ, ਬਾਹਰ ਜੇ, ਜਿਹੜੇ ਵੀ ਤਰੀਕੇ ਨਾਲ ਆਪਦਾ ਯੋਗਦਾਨ ਪਾ ਸਕਦੇ ਹੋ ਜ਼ਰੂਰ ਪਾਓ। ਔਰ ਇਸ ਹਿਸਟੋਰੀਕਲ ਈਵੈਂਟ ਦਾ ਜਿਹੜਾ ਹੈਗਾ ਅਸੀਂ ਸਾਰੇ ਹਿੱਸਾ ਬਣੀਏ ਔਰ ਇਹ ਸਾਡੀ ਜ਼ਿੰਮੇਵਾਰੀ ਵੀ ਹੈ। ਸੋ ਅਖੀਰ 'ਚ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ।